ਪਦੀਆਂ ਦੀ ਸਮਾਪਤੀ ਹੈ। ਅੱਗੇ 18ਵੀਂ ਅਸ਼ਟਪਦੀ ਦੀ ਆਰੰਭਤਾ ਹੈ। ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖੀ ਉਦਰੈ ਨਾਨਕ ਹਰ ਗੁਣ ਗਾਉ। ਸਤਿਪੁਰਖ ਸਦਾ ਅਟਲ ਰਹਿਣ ਵਾਲਾ ਜਿਹੜਾ ਪ੍ਰਮਾਤਮਾ ਹੈ, ਜਿਸ ਨੂੰ ਉਸਨੇ ਜਾਣ ਲਿਆ। ਸਤਿਗੁਰ ਤਿਸ ਕਾ ਨਾਮ, ਉਹਦਾ ਜੋ ਨਾਮ ਹੈ ਉਹ ਸਤਿਗੁਰੂ ਹੈ। ਤਿਸ ਕੈ ਸੰਗ ਸਿਖ ਉਦਰੈ, ਜੇਕਰ ਕੋਈ ਗੁਰੂ ਦੇ ਨਾਲ ਸਤਿਗੁਰੂ ਦੇ ਨਾਲ ਜੁੜਦਾ ਹੈ, ਉਹਦੇ ਨਾਲ ਉਹਦੀ ਸੰਗ ਕਰਨ ਦੇ ਨਾਲ ਸਿੱਖ ਵਿਕਾਰਾਂ ਤੋਂ ਬਚ ਜਾਂਦੇ ਨੇ। ਨਾਨਕ ਹਰ ਗੁਣ ਗਾਓ। हे ਨਾਨਕ, ਗੁਰੂ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾ, ਉਹਦੀ ਸਿਫਤ ਸਲਾਹ ਕਰ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ ਸੇਵਕ ਕੋ ਗੁਰ ਸਦਾ ਦਇਆਲ। ਸਤਿਗੁਰ ਆਪਣੇ ਸਿੱਖ ਦੀ ਸਦਾ ਹੀ ਪ੍ਰਤਿਪਾਲਨਾ ਕਰਨ ਵਾਲਾ ਹੈ। ਪ੍ਰਤਿਪਾਲ ਪੱਪਾ ਰਾਰਾ ਤੱਤੇ ਨੂੰ ਸਿਆਰੀ। ਪ੍ਰਤਿਪਾਲ ਸਤਿਗੁਰ ਸਿੱਖੀ ਕਰੈ ਪ੍ਰਤਿਪਾਲ ਸੇਵਕ ਕੋ ਗੁਰ ਸਦਾ ਦਿਆਲ। ਕਿਉਂਕਿ ਸੇਵਕ ਦੇ ਉੱਤੇ ਗੁਰੂ ਸਦਾ ਹੀ ਦਿਆਲੂ ਹੈ, ਸਦਾ ਦਇਆ ਕਰਨ ਵਾਲਾ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ। ਹੁਣ ਗੁਰੂ ਆਪਣੇ ਸੇਵਕ ਦੀ ਸਭ ਤੋਂ ਪਹਿਲਾਂ ਤੇ ਦੁਰਮਤ ਦਾ ਨਾਸ਼ ਕਰਦਾ ਹੈ, ਭੈੜੀ ਮੱਤ ਦਾ। ਉਹਦੇ ਅੰਦਰੋਂ ਫਿਰ ਦੁਰਮਤ ਨੂੰ ਖਤਮ ਕਰ ਦਿੰਦਾ ਹੈ, ਇਸ ਮੈਲ ਨੂੰ ਖਤਮ ਕਰ ਦਿੰਦਾ ਗੁਰ ਬਚਨੀ। ਤੇ ਫਿਰ ਉਹ ਸੇਵਕ ਗੁਰੂ ਦੇ ਬਚਨਾਂ ਦੇ ਰਾਹੀਂ ਹਰੀ ਦਾ ਨਾਮ ਜਿਹੜਾ ਉਚਰਦਾ ਹੈ, ਸਿਮਰਦਾ ਹੈ। ਸਤਿਗੁਰ ਸਿੱਖ ਕੀ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ। ਫਿਰ ਸਤਿਗੁਰੂ ਸਿੱਖ ਨੂੰ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਕਰਾ ਲੈਂਦਾ ਹੈ, ਉਹਦੇ ਸਭ ਬੰਧਨ ਕੱਟ ਦਿੰਦਾ ਹੈ, ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ। ਤੇ ਜਦੋਂ ਵਿਕਾਰਾਂ ਤੋਂ ਬੰਧਨਾਂ ਤੋਂ ਮੁਕਤ ਹੋ ਗਿਆ, ਫਿਰ ਉਹਦੇ ਵਿਕਾਰ ਨੇ ਜਿਹੜੇ ਵਿਕਾਰ ਕੱਟੇ ਗਏ। ਜਦੋਂ ਵਿਕਾਰਾਂ ਤੋਂ ਮੁਕਤ ਹੀ ਕਰ ਦਿੱਤਾ, ਬੰਧਨਾਂ ਤੋਂ ਮੁਕਤ ਹੀ ਕਰ ਦਿੱਤਾ, ਕਿਸੇ ਮਨੁੱਖ ਨੂੰ ਆਜ਼ਾਦੀ ਹੀ ਦੇ ਦਿੱਤੀ, ਉਹਦੀ ਸਜ਼ਾ ਖਤਮ। ਓਨੇ ਸਮੇਂ ਤੱਕ ਉਹ ਸਜ਼ਾਦਾਰ ਹੈ ਜਿੰਨੇ ਸਮੇਂ ਤੱਕ ਉਹ ਗੁਲਾਮ ਹੈ ਜਾਂ ਉਹ ਕੈਦ ਦੇ ਵਿੱਚ ਹੈ। ਇਸੇ ਪ੍ਰਕਾਰ ਜਦੋਂ ਤੱਕ ਅਸੀਂ ਵਿਕਾਰਾਂ ਦੀ ਕੈਦ ਦੇ ਵਿੱਚ ਹਾਂ, ਅਸੀਂ ਉਹਦੇ ਅੰਦਰ ਜਿਉ ਰਹੇ ਹਾਂ, ਗੁਲਾਮ ਹਾਂ। ਤੇ ਜਦੋਂ ਗੁਰੂ ਇਹਨਾਂ ਬੰਧਨਾਂ ਨੂੰ ਕੱਟ ਦਿੰਦਾ ਹੈ, ਇਸ ਕੈਦ ਦੇ ਵਿੱਚੋਂ ਉਹ ਛੁੱਟ ਜਾਂਦੇ ਨੇ ਤੇ ਫਿਰ ਆਜ਼ਾਦ ਹੋ ਜਾਂਦੇ। ਜਦੋਂ ਆਜ਼ਾਦ ਹੋ ਜਾਂਦਾ ਫਿਰ ਉਹ ਗੁਲਾਮ ਨਹੀਂ ਹੈ, ਤੇ ਉਹ ਬੰਧਨ ਉਹਦਾ ਬੰਧਨਾਂ ਤੋਂ ਹਟ ਜਾਂਦਾ, ਮਨੁੱਖ ਵਿਕਾਰਾਂ ਤੋਂ ਹਟ ਜਾਂਦਾ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਜਿਸ ਸਿੱਖ ਨੂੰ, ਆਪਣੇ ਸਿੱਖ ਨੂੰ ਨਾਮ ਧਨ ਦੇ ਦਿੰਦਾ ਹੈ, ਨਾਮ ਧਨ ਦੀ ਵਡਿਆਈ ਦਿੰਦਾ ਹੈ, ਗੁਰ ਕਾ ਸਿੱਖ ਵਡ ਭਾਗੀ ਹੈ। ਤੇ ਉਹ ਗੁਰੂ ਦਾ ਪਿਆਰਾ, ਉਹ ਗੁਰੂ ਦਾ ਸਿੱਖ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਹੈ, ਉਹ ਵੱਡਿਆਂ ਭਾਗਾਂ ਵਾਲਾ ਬਣ ਗਿਆ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਹੁਣ ਗੁਰੂ ਆਪਣੇ ਸਿੱਖ ਦਾ ਹਲਤ ਤੇ ਪਲਤ ਸਵਾਰਨ ਵਾਲਾ ਹੈ, ਸਵਾਰ ਦਿੰਦਾ ਹੈ। ਲੋਕ ਸੁਖੀਆ ਕਰ ਦਿੰਦਾ, ਪਰਲੋਕ ਸੁਹੇਲਾ ਬਣਾ ਦਿੰਦਾ ਹੈ। ਕਿਉਂ? ਨਾਨਕ ਸਤਿਗੁਰੂ ਸਿੱਖੋ ਜੀ ਨਾਲ ਸਮਾਰੈ। ਕਿਉਂਕਿ ਉਹ ਆਪਣੀ ਜਿੰਦ ਦੇ ਨਾਲ ਉਹ ਆਪਣੇ ਸਿੱਖ ਦੀ ਸੰਭਾਲ ਕਰਦਾ ਹੈ, ਉਹਨੂੰ ਪਿਆਰਾ ਲੱਗਣ ਲੱਗ ਪੈਂਦਾ, ਸਿੱਖ ਪਿਆਰਾ ਹੈ।
मंझ प्यारा गुरु को गुरु मंझ प्यारा, मंझ गुरु का बोहि था जग लंघन हारा। मंझ जो गुरु का प्यारा बन गया, फिर गुरु भी प्यारा बन गया, क्यों प्यार पै गया, एक हो गई। फिर सतगुरां ने कृपा की, भाई इस मंझ दे लड़ लग के भी पता नहीं किन्नियां कुने तर जाना है। मंझ गुरु का बोहि था, बोहि था का अर्थ जहाज, वो फिर जहाज बन गया जग लंघन हारा। पता नहीं किन्ने को इस जगत दे विचों लंघ जाते, तर जाते। इस तरह प्यार वालिओ, गुरु दे अंदर, सतगुर दे अंदर इन्नी ताकत है, इस करके गल आखी जाती है भी गुरु दे नाल जुड़ो। जदों गुरु नूं चंगे लगन लग पवांगे तो गुरु साडे बंधनां तो मुक्त करा देवेगा। एक निक्की जी गल है, हुण प्यारे किवें लगिए, प्यारे की गल है ना, भी प्यारे किवें लगिए। साडी जिंदगी दे विच आपां जेकर घर की गल करिए, रिलेटिव साडे हुंदे ने, रिश्तेदार ने, कुछ रिश्तेदार ने जिहड़े साडे बिल्कुल नेड़े ने ते कुछ साडे तो दूर ने, कुछ इहो जिहे ने जिन्हां दे नाल साडी डेली गल हुंदी है, ते कुछ इहो जिहे जिहड़े साल दे विच कदे एक वारी दो वारी गल हो गई, वो फिर गल कित्थों तक सीमित है, ठीक हो बस इत्थों तक गल है, 2 मिनट 4 मिनट गल। जिहदे नेड़ता होवेगी, नेड़े होणगे, ਉਹਦੇ ਨਾਲ ਮਨੁੱਖ 2-2 3-3 ਘੰਟੇ ਗੱਲਾਂ ਕਰਦਾ ਰਹਿੰਦਾ ਹੈ। ਤੇ ਗੁਰੂ ਵੀ ਇੱਕ ਸਾਡਾ ਰਿਸ਼ਤੇਦਾਰ ਹੀ ਹੈ ਨਾ। ਤੇ ਜੇ ਤੇ ਗੁਰੂ ਦੇ ਨੇੜੇ ਅਸੀਂ ਬਵਾਂਗੇ, ਗੁਰੂ ਦੀ ਗੋਦ ਦੇ ਵਿੱਚ ਬਵਾਂਗੇ, ਅੱਜ ਬੈਠੇ ਜਿਵੇਂ ਜਿਵੇਂ ਅਸੀਂ ਉਹਦੇ ਨੇੜਤਾ ਵਧਾਈ ਜਾਵਾਂਗੇ, ਤਿਵੇਂ ਤਿਵੇਂ ਵਧੀ ਜਾਂਦੀ ਹੈ। ਇੱਕ ਟਾਈਮ ਉਹ ਵੀ ਹੁੰਦਾ ਵੀ ਜਦੋਂ ਉਹਦੇ ਨਾਲ ਬੰਦਾ ਸਭ ਕੁਝ ਸਾਂਝਾ ਕਰ ਲੈਂਦਾ, ਤੇ ਜਿਵੇਂ ਜਿਵੇਂ ਗੁਰੂ ਤੋਂ ਦੂਰ ਜਾਵਾਂਗੇ, ਤਿਵੇਂ ਤਿਵੇਂ ਨੇੜਤਾ ਸਾਡੀ ਦੂਰ ਹੁੰਦੀ ਜਾਵੇਗੀ। ਤੇ ਇਹੀ ਗੱਲ ਹੈ ਵੀ ਗੋਦ ਦੇ ਵਿੱਚ ਬੈਠੇ ਹਾਂ, ਗੁਰੂ ਦੇ ਨਾਲ ਨੇੜਤਾ ਵਧੇਗੀ, ਗੁਰੂ ਨਾਲ ਨੇੜਤਾ ਵਧੇਗੀ ਤੇ ਸਾਡੀਆਂ ਗੱਲਾਂ ਵਧਣਗੀਆਂ, ਗੁਰੂ ਨਾਲ ਪਿਆਰ ਵਧੇਗਾ। ਤੇ ਜੇਕਰ ਆਉਣਾ ਹੀ ਆਪਾਂ ਕਦੇ ਕਦਾਈ ਹੈ, ਤੇ ਫਿਰ ਅਸੀਂ ਆਖੀਏ ਵੀ ਗੁਰੂ ਦੇ ਨਾਲ ਸਾਡੀ ਨੇੜਤਾ ਨਹੀਂ ਬਣਦੀ, ਤੇ ਨੇੜਤਾ ਕਿੱਥੋਂ ਬਣੇਗੀ ਪਿਆਰ ਵਾਲੀ। ਅਸੀਂ ਦੂਰ ਨਹੀਂ, ਆਪਣੇ ਘਰਾਂ ਦੇ ਵਿੱਚੋਂ ਹੀ ਇਹ ਰਿਲੇਟਿਵ ਦੀ ਰਿਸ਼ਤੇਦਾਰੀ ਹੈ ਨਾ, ਵੀ ਰਿਸ਼ਤੇਦਾਰੀ ਤੋਂ ਹੀ ਹਿਸਾਬ ਲਾ ਲਈਏ। ਵੀ ਇਸੇ ਕਰਕੇ ਹੀ ਪਹਿਲਾਂ ਵੀ ਬੇਨਤੀ ਕੀਤੀ ਵੀ ਗੁਰੂ ਨੇ ਸਾਨੂੰ 2 ਟਾਈਮ ਦੀ ਸਤ ਸੰਗਤ ਬਖਸ਼ੀ ਹੈ, ਸਵੇਰ ਵੇਲੇ ਦੀ ਤੇ ਸ਼ਾਮ ਵੇਲੇ ਦੀ, ਕੇਵਲ 2 ਟਾਈਮ ਦੀ ਹੈ। ਵੀ ਸਵੇਰੇ ਵੀ ਜਦੋਂ ਤੂੰ ਉੱਠਣਾ, ਉੱਠ ਕੇ ਤੈਨੂੰ ਗੁਰੂ ਯਾਦ ਆਵੇ, ਗੁਰੂ ਦੇ ਨਾਲ ਤੂੰ ਜੁੜੇ, ਤੇਰੀ ਨੇੜਤਾ ਵਧੇ, ਤੇ ਜਦੋਂ ਸੌਣ ਤੋਂ ਪਹਿਲਾਂ ਵੀ ਸ਼ਾਮ ਨੂੰ ਤੂੰ ਗੁਰੂ ਦੇ ਨਾਲ ਨੇੜਤਾ ਵਧਾ ਕੇ ਸੋਵੇਂ। ਇਹ ਤੇ ਹੁਣ ਆਪਣੇ ਹੱਥ ਦੇ ਵਿੱਚ ਹੈ ਵੀ ਅਸੀਂ ਗੁਰੂ ਦੇ ਨਾਲ ਨੇੜਤਾ ਵਧਾਉਣੀ ਹੈ ਤੇ ਜਾਂ ਅਸੀਂ ਗੁਰੂ ਤੋਂ ਦੂਰ ਜਾਣਾ ਹੈ। ਤੇ ਇੱਥੇ ਫਿਰ ਇਹੀ ਗੱਲ ਹੈ ਵੀ ਗੁਰੂ ਦੇ ਅੰਦਰ ਕਿੰਨੀ ਕੁ ਤਾਕਤ ਹੈ ਤੇ ਉਹ ਆਪਣੇ ਸਿੱਖ ਦੀ ਪ੍ਰਤਪਾਲਨਾ ਕਿਵੇਂ ਕਰਦਾ ਹੈ। ਤੇ ਗੁਰੂ ਜੇਕਰ ਚਾਹੇ, ਗੁਰੂ ਦੀ ਕਿਰਪਾ ਹੋ ਜਾਵੇ, ਅਸੀਂ ਗੁਰੂ ਦੇ ਪਾਤਰ ਬਣ ਜਾਈਏ, ਤੇ ਸਤਿਗੁਰ ਸਾਡੇ ਬੰਧਨ ਕੱਟਣ ਵਾਲਾ ਹੈ, ਹਲਤ ਪਲਤ ਸਵਾਰ ਹੈ, ਉਹ ਹਲਤ ਪਲਤ ਨੂੰ ਸਵਾਰਨ ਵਾਲਾ ਹੈ। ਕਿਉਂਕਿ ਆਪਣੇ ਜੀ ਦੇ ਨਾਲ, ਜਿੰਦ ਦੇ ਨਾਲ ਉਹ ਆਪਣੇ ਸੇਵਕਾਂ ਦੀ ਪ੍ਰਤਪਾਲਨਾ ਕਰਦਾ ਹੈ, ਉਹਨਾਂ ਨੂੰ ਪਾਲਦਾ ਹੈ, ਸੰਵਾਰਦਾ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਹੁਣ ਗੁਰ ਕੈ ਗ੍ਰਹਿ, ਗ੍ਰਹਿ ਦਾ ਅਰਥ ਕਰ, ਜਿਹੜਾ ਗੁਰੂ ਦੇ ਘਰ ਦੇ ਵਿੱਚ ਸੇਵਕ ਜੋ ਰਹਿੰਦਾ ਹੈ, ਗੁਰ ਕੀ ਆਗਿਆ ਮਨ ਮੈਂ ਸਹਿ, ਤੇ ਗੁਰੂ ਦੀ ਆਗਿਆ ਨੂੰ ਮਨ ਦੇ ਵਿੱਚ ਮੰਨ ਲੈਂਦਾ ਹੈ। ਜੋ ਗੁਰੂ ਨੇ ਉਪਦੇਸ਼ ਕੀਤਾ ਉਸ ਨੂੰ ਮੰਨ ਲਿਆ। ਗੁਰੂ ਦਾ ਘਰ ਭਾਵ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ। ਜੋ ਗੁਰੂ ਨੇ ਹੁਕਮ ਕੀਤਾ, ਭਾਈ ਤੂੰ ਲਾਲਚ ਨਹੀਂ ਕਰਨਾ, ਲਾਲਚ ਨੂੰ ਛੱਡ ਦਿੱਤਾ। ਵੈਸੇ ਤਾਂ ਕਹਿਣ ਨੂੰ ਹਰੇਕ ਕੋਈ ਕਹੀ ਜਾਂਦਾ, ਮੈਂ ਵੀ ਕਹੀ ਜਾਂਦਾ, ਹਰੇਕ ਕੋਈ ਕਹਿੰਦਾ, ਅਸੀਂ ਪੜ੍ਹਦੇ ਵੀ ਹਾਂ, ਲਾਲਚ ਬੁਰੀ ਬਲਾ ਹੈ, ਪਰ ਬੰਦਾ ਸਭ ਤੋਂ ਜ਼ਿਆਦਾ ਲਾਲਚੀ ਕਰਦਾ। ਗੁਰੂ ਕਹਿੰਦਾ ਧੋਖਾ ਨਹੀਂ ਕਰਨਾ, ਬੰਦਾ ਧੋਖਾ ਵੀ ਕਰੀ ਜਾ ਰਿਹਾ। ਤੇ ਦੂਜੇ ਪਾਸੇ ਇਹ ਵੀ ਗੱਲ ਕਹੀ ਜਾਂਦੇ ਆ ਵੀ ਅਸੀਂ ਗੁਰੂ ਦੇ ਸਿੱਖ ਹਾਂ, ਗੁਰੂ ਦੇ ਪਿਆਰੇ ਹਾਂ,
ਤੇ ਇੱਥੇ ਦੱਸਿਆ ਵੀ ਹੁਣ ਗੁਰੂ ਦਾ ਸੇਵਕ ਕਿਹੋ ਜਿਹਾ ਹੋਵੇ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਜਿਹੜਾ ਗੁਰੂ ਦੇ ਘਰ ਦੇ ਵਿੱਚ, ਗੁਰੂ ਦੇ ਗ੍ਰਹਿ ਦੇ ਵਿੱਚ ਸੇਵਕ ਜੋ ਰਹਿੰਦਾ ਹੈ, ਗੁਰ ਕੀ ਆਗਿਆ ਮਨ ਮੈਂ ਸਹਿ, ਤੇ ਫਿਰ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨ ਲਵੇ। ਚੌਥੇ ਪਾਤਸ਼ਾਹ ਦਾ ਬਚਨ ਵੀ ਪੜ੍ਹਦੇ ਨਾ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਪੜ੍ਹ ਸਾਰੇ ਰਹੇ ਨੇ, ਗਾ ਸਾਰੇ ਰਹੇ ਨੇ, ਪਰ ਪ੍ਰਵਾਨ ਉਹ ਹੋਏ ਨੇ ਵੀ ਜਿਨ੍ਹਾਂ ਨੇ ਮੰਨ ਲਿਆ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾ ਮਾਨ। ਸਭ ਤੋਂ ਪਹਿਲਾਂ ਗਾਉਣ ਦੀ ਗੱਲ ਹੈ, ਉਸ ਤੋਂ ਬਾਅਦ ਸੁਣਨ ਦੀਆਂ 4 ਪੌੜੀਆਂ, 4 ਪੌੜੀਆਂ ਤੋਂ ਬਾਅਦ ਫਿਰ ਮੰਨਣ ਦੀਆਂ 4 ਪੌੜੀਆਂ ਨੇ। ਜਦੋਂ ਮੰਨ ਲਿਆ ਫਿਰ ਆਖਿਆ ਵੀ ਪੰਚ ਪ੍ਰਵਾਨ ਹੋ ਗਏ, ਪੰਚ ਪ੍ਰਧਾਨ ਬਣ ਗਏ, ਕਿਉਂਕਿ ਮੰਨ ਲਿਆ। ਤੇ ਜੋ ਗੁਰੂ ਦੀ ਆਗਿਆ ਨੂੰ ਆਪਣੇ ਹਿਰਦੇ ਦੇ ਵਿੱਚ ਸਿੰਧਾ ਮੰਨ ਲੈਂਦਾ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਤੇ ਆਪਣੇ ਆਪ ਨੂੰ ਕਦੇ ਵੀ ਵੱਡਾ ਨਹੀਂ ਜਿਤਲਾਉਂਦਾ ਵੀ ਮੈਂ ਵੱਡਾ ਵਾਂ। ਹਰ ਹਰ ਨਾਮ ਹਿਰਦੈ ਸਦ ਧਿਆਵੈ, ਤੇ ਹਰ ਸਮੇਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਰਹਿੰਦਾ, ਉਸ ਨੂੰ ਯਾਦ ਕਰਦਾ। ਮਨ ਬੀਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੀ ਕਾਰਜ ਰਾਸ। ਮਨ ਨੂੰ ਗੁਰੂ ਦੇ ਕੋਲ ਵੇਚ ਦੇਵੇ। ਵੇਚੀ ਹੋਈ ਚੀਜ਼ ਉਹਦੀ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ, ਕੋਈ ਫਿਕਰ ਨਹੀਂ ਹੁੰਦੀ। ਕੋਈ ਸਾਡੇ ਕੋਲੋਂ ਮੰਗ ਕੇ ਲੈ ਜਾਵੇ ਉਹਦਾ ਡਰ ਰਹਿੰਦਾ, ਕੋਈ ਸਾਡੀ ਚੀਜ਼ ਦਾ ਨੁਕਸਾਨ ਨਾ ਕਰ ਦੇਵੇ, ਕੋਈ ਸਾਡੀ ਚੀਜ਼ ਤੋੜ ਨਾ ਦੇਵੇ, ਕੋਈ ਚੀਜ਼ ਖਰਾਬ ਨਾ ਕਰ ਦੇਵੇ। ਪਰ ਜਿਹੜੀ ਚੀਜ਼ ਵੇਚ ਦਈਏ ਉਹਦੀ ਕੋਈ ਫਿਕਰ ਨਹੀਂ ਹੈ। ਜਦੋਂ ਤੱਕ ਮਨ ਸਾਡੇ ਕੋਲ ਹੈ, ਇਹ ਮਨ ਡੋਲਦਾ ਰਹੇਗਾ। ਤੇ ਜਦੋਂ ਮਨ ਗੁਰੂ ਨੂੰ ਦੇ ਦਈਏ, ਮਨ ਗੁਰੂ ਦੇ ਕੋਲ ਵੇਚ ਦਿੱਤਾ, ਹੁਣ ਜਦੋਂ ਸਾਡਾ ਮਨ ਹੀ ਸਾਡੇ ਕੋਲ ਨਹੀਂ, ਤੇ ਫਿਰ ਸਾਨੂੰ ਚਿੰਤਾ ਕਿਸ ਗੱਲ ਦੀ। ਮਨ ਗੁਰੂ ਨੂੰ ਦੇ ਦਿੱਤਾ, ਮਨ ਵੇਚ ਹੀ ਦਿੱਤਾ। ਤੇ ਸਤਿਗੁਰੂ ਦੀ ਕਿਰਪਾ ਕਹਿੰਦੇ ਮਨ ਵੇਚਿਆ, ਮਨ ਨੂੰ ਵੇਚਦੇ ਸਤਿਗੁਰ ਕੈ ਪਾਸ, ਸਤਿਗੁਰੂ ਦੇ ਕੋਲ। ਤੇ ਜਿਸ ਨੇ ਵੇਚ ਦਿੱਤਾ, ਤਿਸ ਸੇਵਕ ਕੇ ਕਾਰਜ ਰਾਸ, ਉਸ ਸੇਵਕ ਦੇ ਜਿਹੜੇ ਕਾਰਜ ਨੇ ਉਹ ਰਾਸ ਹੋ ਜਾਂਦੇ ਨੇ, ਪੂਰੇ ਹੋ ਜਾਂਦੇ ਨੇ। ਸੇਵਾ ਕਰਤ ਹੋਈ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਉਹ ਸੇਵਾ ਕਰਦਾ ਹੈ ਫਿਰ ਨਿਸ਼ਕਾਮ ਹੋ ਕੇ, ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ, ਕੋਈ ਮਨ ਦੇ ਵਿੱਚ ਤੰਗ ਨਹੀਂ ਵੀ ਸਤਿਗੁਰੂ ਤੂੰ ਮੈਨੂੰ ਇਹ ਦੇਵੇਂਗਾ ਤੇਰੀ ਸੇਵਾ ਕਰਾਂਗੇ। ਜੇਕਰ ਗੁਰੂ ਦੀ ਸੇਵਾ ਕਰਨੀ ਹੈ ਨਾ, ਅਸੀਂ ਆਉਂਦੇ ਹਾਂ ਗੁਰਦੁਆਰੇ, ਆਉਂਦੇ ਆ ਕੇ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ। ਕੋਈ ਜੋੜਿਆਂ ਦੀ ਸੇਵਾ ਕਰ ਰਿਹਾ, ਕੋਈ ਝਾੜੂ ਦੀ ਸੇਵਾ ਕਰਦਾ, ਕੋਈ ਪੋਚਿਆਂ ਦੀ, ਕੋਈ ਚਾਦਰਾਂ ਦੀ। ਇਹਦੇ ਅੰਦਰ ਇਹ ਨਾ ਹੋਵੇ ਵੀ ਗੁਰੂ ਦੇ ਕੋਲੋਂ ਮੰਗ ਜ਼ਿਆਦਾ ਲਈਏ ਤੇ ਸੇਵਾ ਥੋੜ੍ਹੀ ਕਰੀਏ, ਸੇਵਾ ਥੋੜ੍ਹੀ ਮੰਗਣ ਬਹੁਤਾ। ਵੀ ਲਾਲਸਾ ਦੇ ਅਧੀਨ ਆ ਕੇ ਸੇਵਾ ਕਰੀਏ, ਨਹੀਂ। ਉਹ ਤੇ ਕੇਵਲ ਇੱਕ ਵਪਾਰ ਹੋ ਗਿਆ ਗੁਰੂ ਦੇ ਨਾਲ। ਸਤਿਗੁਰੂ ਤੇਰੀ ਇੰਨੀ ਸੇਵਾ ਕੀਤੀ ਹੈ, ਤੂੰ ਮੈਨੂੰ ਇਹ ਦੇ। ਪਰ ਜਿਸ ਸੇਵਕ ਨੇ ਆਪਣਾ ਮਨ ਹੀ ਗੁਰੂ ਨੂੰ ਦੇ ਦਿੱਤਾ ਹੋਵੇ, ਮਨ ਗੁਰੂ ਨੂੰ ਵੇਚ ਦਿੱਤਾ ਹੈ, ਫਿਰ ਉਹਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ ਰਹਿੰਦੀ। ਉਹ ਬਿਲਕੁਲ ਨਿਸ਼ਕਾਮ ਹੋ ਕੇ ਸੇਵਾ ਕਰਦਾ। ਕਹਿੰਦੇ ਤਿਸ ਕੋ ਹੋਤ ਪ੍ਰਾਪਤ ਸੁਆਮੀ, ਪਰ ਅਸਲ ਦੇ ਵਿੱਚ ਪ੍ਰਾਪਤੀ ਵੀ ਮਾਲਕ ਦੀ ਉਸ ਨੂੰ ਹੁੰਦੀ ਹੈ। ਆਪਣੀ ਕਿਰਪਾ ਜਿਸ ਆਪ ਕਰੀ, ਨਾਨਕ ਸੋ ਸੇਵਕ ਗੁਰ ਕੀ ਮਤ ਲੀ। ਉਹ ਮਾਲਕ ਪਰਮਾਤਮਾ ਕਿਰਪਾ ਕਰ ਦੇਵੇ, ਨਾਨਕ ਸੋ ਸੇਵਕ ਗੁਰ ਕੀ ਮਤ ਲੀ। ਇਹ ਨਾਨਕ ਉਹੀ ਜਿਹੜਾ ਸੇਵਕ ਹੈ, ਉਹ ਗੁਰੂ ਦੀ ਮਤ ਨੂੰ ਧਾਰਨ ਕਰਦਾ ਹੈ। ਬੀਸ ਬਿਸਵੇ ਗੁਰ ਕਾ ਮਨ ਮਾਨੈ,
सो सेवक परमेश्वर की गत जानै। बेस विसवे पूरे तौर ते, पूर्ण तौर ते, बिल्कुल संपूर्णता दे। इन्हां ते अर्थ दिता होया पूरे तौर ते एक विगे दे 20 विसवे हुंदे हन। 20 विसवे मुहावरे के तौर पर उस तरह वरत्या जाता है जिमें 16 आने। यह गल 16 आने सच है तो भाव यह हुंदा है कि ये यकीनन ठीक है। इस प्रकार 20 विसवे जो बिल्कुल पूर्ण तौर पर गुरु का मन है, तो जदों मन गुरु का मन जाता है जिस दे उत्ते सो सेवक परमेश्वर की गत जाना है। एक साडा मनना वखरी गल है, गुरु का मन मनना वखरी गल है। जदों गुरु का मन मन जाता है फिर वो कभी भी बांह नहीं छड्डदा। असी आखीए भी गुरु की डोर फड़ी है, बांह फड़ी है, असी छड्ड देवांगे। सवेरे भी बेनती की सी, भीड़ के इलाकों के विच जदों असी जाने आ, जेकर बच्चे ने साड़ी उंगल फड़ी होवे, डर हुंदा भी किते कोई माड़ी मोटा धक्का वजा बच्चे की उंगल ना छुट जाए, छड़ ना दवे। तो जदों बांह नूं माता पिता ने फड़ लिया होवे, भावें धक्के पैण, जिन्नी मर्जी भीड़ होवे, जिन्ना मर्जी इकट्ठ होवे, बच्चा हमेशा नाल हुंदा है। इस प्रकार है जेकर असी गुरु की बांह फड़ी है, थोड़ा जिहा विकारां दा हल्ला पिया, थोड़े जे विकार आए, साडी बांह छुट गई। तो जेकर उही बांह गुरु साडी फड़ लवे तो फिर विकार जिन्ने मर्जी उन, ये विकार साडे ते भारी नहीं पै सकते। साडा मनना होर है, जेकर गुरु का मन मन जावे, 20 विसवे गुरु का मन मन है, गुरु का मन हुण मन गया, सो सेवक, वो जिहड़ा सेवक है परमेश्वर की गत जाना है। तो उही फिर परमेश्वर की जिहड़ी गत है अवस्था नूं जानदा है। सो सतगुर जिस हृदय हर नाम, अनेक बार गुर को बल जाओ। हुण ये भी दस्सिया भी सतगुरु किहो जिहा होवे। सो सतगुर, ओह सतगुरु जिस हृदय हर नाम, जिस दे हिरदे दे विच परमात्मा का नाम है। सो सतगुरु जिस हृदय हर नाम, अनेक बार गुर को बल जाओ। तो इहो जे गुरु के उत्तों फिर वार वार मुड़ मुड़ के बलिहारने जान तो जी करता है। सरम निधान जी का दाता, 8 पहर पार ब्रह्म रंग राता। फिर वो गुरु सतगुरु सारे खजाने उहदे कोल ने, सारियां दा खजाना है, ते जी का दाता, ते जियां दा दाता है। 8 पहर, 8 पैर परमात्मा के रंग दे विच रंगिया रहिंदा है। ब्रह्म जन जन्मै पार ब्रह्म, एक आप नहीं कछ भरम। फिर वो जिहड़ा ब्रह्म है परमात्मा है, इत्थे जन का अर्थ गुरु, सतगुरु, सतगुरु दे अंदर है। तो जन्मै पार ब्रह्म, तो सतगुरु दे अंदर परमात्मा की याद है, चेता है। एक है आप नहीं कछ भरम, फिर एक हो जाते हैं तो उन्हां दे विच किसी प्रकार का कोई भुलेखा नहीं, किसी प्रकार का कोई भरम नहीं, क्यों एक हो गए, एक रूप ने। सहस सियानप लिया ना जाइए, नानक ऐसा गुर बड़ भागी पाइए। हुण सहज सियाणप लिया ना जाइए। हुण मनुख सियाणपां दे नाल आखे भी मैं गुरु नूं खुश कर लवां। साडा जतन ही लग्या ना भी चितराइयां करके गुरु नूं खुश करन दे उत्ते लगे हुए हैं। ओते सहज सुभाई मिलदा गुरु ते भी गुरु दे सामने असीं होर हां, बाहर होर हां। गुरु दे कोल ते इन्नी को निमरता दे विच हुंदे आ भी बंदा दूसरा वेख के कहंदा भी भाई इहदे वर्गा कोई है ही नहीं,
ਪਰ ਜਦੋਂ ਥੋੜ੍ਹਾ ਜਿਹਾ ਗੁਰੂ ਦੇ ਦਰ ਤੋਂ ਬਾਹਰ ਜਾਂਦੇ ਆ ਤੇ ਉੱਥੇ ਜਾ ਕੇ ਉਹੀ ਫਿਰ ਲੁੱਟ ਖਸੁੱਟ, ਉਹੀ ਜਿਹੜੇ ਵਿਕਾਰ ਦੁਬਾਰਾ ਤੋਂ ਫਿਰ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ। ਹੁਣ ਬੰਦਾ ਚਤੁਰਾਈਆਂ ਜਿੰਨੀਆਂ ਮਰਜ਼ੀ ਕਰ ਲਵੇ, ਜਿੰਨੀਆਂ ਮਰਜ਼ੀ ਸਿਆਣਪਾਂ ਵਿਖਾ ਲਵੇ, ਇਹਦੇ ਨਾਲ ਗੁਰੂ ਕਦੇ ਵੀ ਤੁਰਟਦਾ ਨਹੀਂ, ਗੁਰੂ ਕਦੇ ਵੀ ਖੁਸ਼ ਨਹੀਂ ਹੁੰਦਾ। ਨਾਨਕ ਐਸਾ ਗੁਰਬੜ ਭਾਗੀ ਪਈ ਹੈ। ਹੇ ਨਾਨਕ, ਇਹੋ ਜਿਹੇ ਗੁਰੂ ਦੀ ਜਿਹੜੀ ਪ੍ਰਾਪਤੀ ਹੈ ਉਹ ਵੱਡਿਆਂ ਭਾਗਾਂ ਦੇ ਨਾਲ ਹੁੰਦੀ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ। ਜੋ ਗੁਰੂ ਪੂਰਨ ਹੈ ਉਹਦੇ ਦਰਸ਼ਨ ਸਫਲ ਹਨ, ਦਰਸ਼ਨ ਕੀਤੇ ਹੋਏ ਸਫਲ ਨੇ। ਪੇਖਤ ਪੁਨੀਤ, ਤੇ ਜਿਹੜਾ ਹੁਣ ਉਹਦੇ ਦਰਸ਼ਨ ਕਰਦਾ ਉਹ ਵੀ ਪੁਨੀਤ ਹੋ ਜਾਂਦਾ ਹੈ। ਉਹਦੀ ਜਿਹੜੀ ਨਜ਼ਰ ਹੈ ਉਹ ਪੁਨੀਤ ਹੈ। ਇੱਧਰ ਦਿੱਤਾ ਹੋਇਆ ਸਤਿਗੁਰ ਐਸਾ ਸਫਲ ਦਰਸ਼ਨ ਹੈ ਕਿ ਵੇਖਦਿਆਂ ਹੀ ਪਵਿੱਤਰ ਹੋ ਜਾਈਦਾ ਹੈ। ਸਫਲ ਦਰਸ਼ਨ ਜਾਂ ਅਮੋਘ ਦਰਸ਼ਨ ਵਾਲੀ ਉਹ ਹਸਤੀ ਹੁੰਦੀ ਹੈ ਜਿਸ ਨੂੰ ਵੇਖਣ ਨਾਲ ਹੀ ਫਲ ਪ੍ਰਾਪਤ ਹੋ ਜਾਵੇ। ਗੁਰੂ ਸਾਹਿਬਾਨ ਦਾ ਇਹ ਖਾਸ ਗੁਣ ਸੀ। ਜਿਹੜਾ ਗੁਰੂ ਪੂਰਾ ਹੈ ਉਹਦੇ ਦਰਸ਼ਨ ਕੀਤਿਆਂ ਬੰਦਾ ਸਫਲ ਹੋ ਜਾਂਦਾ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਤੇ ਅੱਗੋਂ ਮੇਰ ਦੀ ਨਜ਼ਰ ਨਾਲ ਗੁਰੂ ਵੇਖ ਲਵੇ, ਤੱਕ ਲਵੇ, ਤੇ ਉਹਦਾ ਜਿਹੜਾ ਜੀਵਨ ਹੈ ਸਫਲ ਹੈ। ਇਹੀ ਗੱਲ ਸੀ ਨਾ, ਭਾਈ ਪ੍ਰੇਮੇ ਨੂੰ ਤੱਕਿਆ ਸੀ ਸਭ ਰੋਗ ਕੱਟਿਆ ਗਿਆ, ਤੇ ਭਾਈ ਸੱਜਣ ਨੂੰ ਤੱਕਿਆ ਸੀ ਮਨ ਦੇ ਵਿਕਾਰ ਖਤਮ ਹੋ ਗਏ। ਭਾਈ ਭੂਮੀਆ, ਕਿੰਨੇ ਜਿਹੜੇ ਇਤਿਹਾਸ ਭਰਿਆ ਪਿਆ। ਇੱਕ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਤੱਕਿਆ, ਗੁਰੂ ਨੇ ਤੱਕਿਆ, ਹਰੇਕ ਵਿਚਾਰ ਹਰੇਕ ਸਮਝ ਦੇ ਦਿੱਤੀ, ਤੇ ਉਹਦੀ ਜਿਹੜੀ ਪੇਖਤ ਪੁਨੀਤ ਪਰਸਰ ਚਰਨਗਤ ਨਿਰਮਲ ਰੀਤ, ਜਿਹੜੇ ਉਸ ਮਾਲਕ ਪਰਮਾਤਮਾ ਦੇ ਚਰਨ ਨੇ ਉਹਨਾਂ ਨੂੰ ਛੋਹ ਲੈਂਦਾ, ਉਹਨਾਂ ਦੇ ਚਰਨਾਂ ਦੇ ਨਾਲ ਜੁੜ ਜਾਂਦਾ। ਗਤ ਨਿਰਮਲ ਰੀਤ, ਉਹਦੀ ਜਿਹੜੀ ਰੀਤੀ ਹੈ ਉਹ ਨਿਰਮਲ ਹੋ ਜਾਂਦੀ ਹੈ। ਜੀਵਨ ਜਿਉਣ ਦਾ ਢੰਗ ਪਵਿੱਤਰ ਹੋ ਜਾਂਦਾ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ। ਤੇ ਗੁਰੂ ਦੇ ਸੰਗ ਲੱਗ ਕੇ ਪਰਮਾਤਮਾ ਦੇ ਗੁਣ ਗਾਵੀ ਦੇ ਹਨ, ਰਵੀ ਦੇ ਹਨ, ਸਿਮਰਦੇ ਹਨ। ਪਾਰ ਬ੍ਰਹਮ ਕੀ ਦਰਗਾਹ ਕਵੇ, ਤੇ ਪਰਮਾਤਮਾ ਦੀ ਦਰਗਾਹ ਤੱਕ ਪਹੁੰਚ ਹੋ ਜਾਂਦੀ ਹੈ। ਸੁਨ ਕਰ ਬਚਨ ਕਰਨ ਆਗਾਨੀ, ਮਨ ਸੰਤੋਖ ਆਤਮ ਪਤਿਆਨੀ। ਪੂਰੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਮਨੁੱਖ ਦੇ ਪਾਪ ਕੱਟੇ ਜਾਂਦੇ ਨੇ, ਪਾਪ ਕੱਟੇ ਜਾਂਦੇ। ਮਨ ਸੰਤੋਖ, ਮਨ ਸੰਤੋਖ ਫੜ ਲੈਂਦਾ, ਮਨ ਵਿੱਚ ਟਿਕਾਓ ਆ ਜਾਂਦਾ। ਆਤਮ ਪਤਿਆਨੇ, ਆਤਮ ਦਾ ਅਰਥ ਅੰਦਰ, ਪਰ ਅੰਦਰ ਵੀ ਬੰਦੇ ਦਾ ਪਤੀਤ ਜਾਂਦਾ ਹੈ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਈ ਸੰਤ। ਜਿਨ੍ਹਾਂ ਨੇ ਨਾਸ਼ ਰਹਿਤ ਪਰਮਾਤਮਾ ਦੇ ਗੁਰੂ ਦੇ ਮੰਤਰਾਂ ਨੂੰ ਆਖਿਆ ਹੈ, ਸਿਮਰਿਆ ਹੈ, ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ, ਤੇ ਆਤਮਿਕ ਨਜ਼ਰ ਦੇ ਨਾਲ ਗੁਰੂ ਦੇ ਨਾਲ ਉਹ ਪੂਰਨ ਸੰਤ ਬਣ ਗਏ ਨੇ। ਉਹਦੇ ਮੰਤਰ ਨੂੰ ਸਿਮਰਿਆ, ਉਪਦੇਸ਼ ਨੂੰ ਕਮਾ ਲਿਆ, ਤੇ ਗੁਰੂ ਨੇ ਕਿਰਪਾ ਕੀਤੀ, ਆਪਣੇ ਆਤਮਿਕ ਦ੍ਰਿਸ਼ਟੀ ਦੇ ਨਾਲ ਵੇਖਿਆ ਤੇ ਪੇਖਿਆ ਹੋਈ ਸੰਤ, ਤੇ ਉਹ ਸੰਤ ਰੂਪ ਹੋ ਗਏ। ਗੁਣ ਬੇਅੰਤ ਕੀਮਤ ਨਹੀਂ ਪਾਈ, ਨਾਨਕ ਜਿਸ ਭਾਵੈ ਤਿਸ ਲਈ ਮਿਲਾਈ। ਉਸ ਮਾਲਕ ਦੇ ਗੁਣ ਬੇਅੰਤ ਨੇ, ਕੀਮਤ ਨਹੀਂ ਪਾਈ ਜਾ ਸਕਦੀ, ਬਿਆਨ ਨਹੀਂ ਕੀਤੇ ਜਾ ਸਕਦੇ। ਨਾਨਕ ਹੀ ਨਾਨਕ ਜਿਸ ਭਾਵੈ, ਜਿਸ ਨੂੰ ਉਹ ਮਾਲਕ ਪਰਮਾਤਮਾ ਨੂੰ ਉਹ ਚੰਗਾ ਲੱਗਦਾ ਹੈ, ਤਿਸ ਲਈ ਮਿਲਾਏ, ਤੇ ਉਸ ਨੂੰ ਉਹ ਮਾਲਕ ਆਪਣੇ ਨਾਲ ਜੋੜ ਲੈਂਦਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ। ਇੱਥੋਂ ਤੱਕ ਹੁਣ ਚਾਰ ਜੋ ਆਪਣੇ